हाँ जी, सत श्री अकाल जी साਰਿਆਂ ਨੂੰ। मैं धर्मपाल सिंह हिसाब मास्टर गवर्नमेंट हाई स्कूल पतारा आप जी का स्वागत करता हाँ। विद्यार्थियों, ਅੱਜ ਅਸੀਂ 10ਵੀਂ ਜਮਾਤ ਦਾ ਦੂਜਾ ਅਧਿਆਇ ਕਰ ਰਹੇ ਹਾਂ, ਜਿਸ ਦੇ ਪਹਿਲੇ ਲੈਕਚਰ ਅਸੀਂ ਦੇ ਚੁੱਕੇ ਹਾਂ। ਸਭ ਤੋਂ ਪਹਿਲਾਂ ਸੈਕੰਡ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਹਿਲੇ ਲੈਕਚਰ ਨੂੰ ਥੋੜਾ ਜਿਹਾ ਰੀਕੈਪਚੁਲੇਟ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਬਹੁਪਦ ਜੋ ਕਿ ਸਾਡਾ ਇਹ ਅਧਿਆਇ ਹੈ ਉਸ ਦੇ ਸਿਫਰਾਂ ਕਿਵੇਂ ਕੱਢੀਆਂ ਜਾ ਸਕਦੀਆਂ ਹਨ, ਉਸ ਦੀਆਂ ਸਿਫਰਾਂ ਕਿਵੇਂ ਕੱਢਾਂਗੇ, ਉਸ ਦੇ ਸਿਫਰਾਂ ਦਾ x ਦੀ ਘਾਤ ਜਾਂ y ਦੀ ਘਾਤ ਦੇ ਗੁਣਾਂਕਾਂ ਦੇ ਨਾਲ ਕੀ ਮੇਲ ਹੋਵੇਗਾ। ਠੀਕ ਹੈ ਜੀ, ਸਿਫਰਾਂ ਦਾ ਜੋੜ, ਸਿਫਰਾਂ ਦਾ ਗੁਣਨਫਲ, ਉਹਨਾਂ ਦਾ ਗੁਣਾਂਕਾਂ ਦੇ ਨਾਲ ਸੰਬੰਧਾਂ ਦੇ ਬਾਰੇ ਇਸ ਲੈਕਚਰ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ। ਠੀਕ ਹੈ ਜੀ, तो विद्यार्थियों सब तो पहले ਅਸੀਂ ਆਪਣੇ ਪਹਿਲੇ ਲੈਕਚਰ ਨੂੰ ਥੋੜਾ ਜਿਹਾ ਰੀਕੈਪਚੁਲੇਟ ਕਰਦੇ ਹਾਂ, ਉਸ ਦੇ ਵਿੱਚ ਦੇਖਦੇ ਹਾਂ ਕਿ ਅਸੀਂ ਕੀ ਕੁਝ ਕੀਤਾ ਸੀਗਾ ਤਾਂ ਜੋ ਉਸੇ ਲੜੀ ਨੂੰ ਅਸੀਂ ਅੱਗੇ ਤੱਕ ਚਲਾ ਸਕੀਏ। ਠੀਕ ਹੈ ਜੀ ਵਿਦਿਆਰਥੀਓ, ਲਾਸਟ ਜਦੋਂ ਅਸੀਂ ਪਹਿਲਾ ਲੈਕਚਰ ਖਤਮ ਕੀਤਾ ਸੀ ਉਹਦੇ ਵਿੱਚ ਮੈਂ ਤੁਹਾਨੂੰ ਥੋੜੇ ਜਿਹੇ ਗ੍ਰਾਫ ਬਣਾਏ ਸੀ। ਮੈਂ ਤੁਹਾਨੂੰ ਕਿਹਾ ਸੀਗਾ ਕਿ ਮੰਨ ਲਓ ਇਹ x ਹੈ, ਇਹ y ਹੈ ਤੇ ਇੱਥੇ ਇੱਕ ਇਸ ਢੰਗ ਦੇ ਨਾਲ ਇੱਕ ਗ੍ਰਾਫ ਬਣਿਆ ਹੋਇਆ। ਪਹਿਲਾ ਗ੍ਰਾਫ ਹੈ, ਸੈਕਿੰਡ ਗ੍ਰਾਫ ਅਸੀਂ ਬਣਾਉਂਦੇ ਆ ਇੱਥੇ, ਠੀਕ ਹੈ ਜੀ। ਇੱਧਰ ਇਹ x ਹੈ ਤੇ ਇਹ y ਧੁਰਾ ਹੈ। ਠੀਕ ਹੈ ਜੀ, ਚਲੋ ਇਹਨਾਂ ਦੋਨਾਂ ਦੇ ਵਿੱਚ ਅਸੀਂ ਥੋੜਾ ਜਿਹਾ ਉਹਨੂੰ ਆਪਣੀ ਪ੍ਰੀਵੀਅਸ ਨੌਲੇਜ ਨੂੰ ਜਿਹੜਾ ਟੈਸਟ ਕਰਕੇ ਦੇਖਦੇ ਹਾਂ ਕਿ ਕੀ ਹੈ ਇਹਦੇ ਵਿੱਚ। ਜੇਕਰ ਮੈਂ ਇਹ ਜਿਹੜਾ ਗ੍ਰਾਫ ਹੈ, ਮੰਨ ਲਓ ਇਹ ਪੋਲੀਨੋਮੀਅਲ, ਕਿਸੇ ਪੋਲੀਨੋਮੀਅਲ ਦਾ ਗ੍ਰਾਫ ਹੈ, ਠੀਕ ਹੈ ਜੀ, ਉਸ ਪੋਲੀਨੋਮੀਅਲ ਦੇ ਵਿੱਚ ਜਿਹੜਾ ਕਿ y ਦੇ ਬਰਾਬਰ ਹੈ, ਇਸ ਪੋਲੀਨੋਮੀਅਲ ਦੇ ਵਿੱਚ ਜਾਂ ਇਸ ਬਹੁਪਦ ਦਾ ਜਿਹੜਾ ਇਹ ਗ੍ਰਾਫ ਬਣਿਆ ਆ, ਇਸ ਦੇ ਸਿਫਰਾਂ ਦੀ ਗਿਣਤੀ ਕਿੰਨੀ ਹੋਵੇਗੀ ਉਹਦੇ ਬਾਰੇ ਆਪਾਂ ਜ਼ਿਕਰ ਕਰਦੇ ਆ। ਸਿਫਰਾਂ ਦੀ ਗਿਣਤੀ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਵੀ ਗ੍ਰਾਫ ਹੋਏਗਾ ਪੋਲੀਨੋਮੀਅਲ ਦਾ, ਬਹੁਪਦ ਦਾ, ਉਹ ਜਿੰਨੀ ਵਾਰ ਵੀ x ਧੁਰੇ ਨੂੰ ਕੱਟੇਗਾ, ਦੇਖੋ ਇੱਥੇ x ਧੁਰੇ ਨੂੰ ਇੱਕ ਵਾਰ ਕੱਟਿਆ, ਦੋ ਵਾਰ, ਤਿੰਨ ਵਾਰ, ਜਿੰਨੀ ਵਾਰ ਵੀ ਉਹ x ਧੁਰੇ ਨੂੰ ਕੱਟੇਗਾ ਉਹਦੇ ਸਿਫਰਾਂ ਦੀ ਗਿਣਤੀ 19 ਹੀ ਹੋਵੇਗੀ। ਇਸ ਕੇਸ ਦੇ ਵਿੱਚ ਇਹਦੇ ਸਿਫਰਾਂ ਦੀ ਗਿਣਤੀ 1 2 3 ਹੋਵੇਗੀ। ਠੀਕ ਹੈ ਜੀ, ਜੇਕਰ ਅਸੀਂ ਦੂਸਰੇ ਗ੍ਰਾਫ ਵੱਲ ਜਾਂਦੇ ਆ ਤੇ ਇੱਥੇ x ਧੁਰੇ ਨੂੰ ਇੱਕ ਵਾਰ ਕੱਟਦਾ ਹੈ, ਇੱਥੇ ਦੂਸਰੀ ਵਾਰ, ਯਾਨੀ ਕਿ ਇਸ ਕੇਸ ਦੇ ਵਿੱਚ ਇਸ ਦੇ ਸਿਫਰਾਂ ਦੀ ਗਿਣਤੀ 2 ਆਵੇਗੀ। ਠੀਕ ਹੈ ਜੀ, ਇਸ ਤੋਂ ਬਾਅਦ ਵਿਦਿਆਰਥੀਓ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਇਹ ਤਾਂ ਸਿਫਰਾਂ ਦੀ ਗਿਣਤੀ ਹੋਗੀ। ਜੇਕਰ ਸਾਨੂੰ ਸਿਫਰ ਪਤਾ ਕਰਨੇ ਹੋਣ, ਅਸੀਂ ਇਹ ਚਾਹੁੰਦੇ ਹਾਂ ਕਿ ਉਹ ਸਿਫਰ ਕਿਹੜੇ ਨੇ। ਠੀਕ ਹੈ ਜੀ, ਮੈਂ ਮੰਨ ਲਓ ਇਹਨਾਂ ਦੇ ਉੱਤੇ ਕਾਲਪਨਿਕ ਨਾਮ ਦੇ ਦਿੰਦਾ, ਇਹ 0 ਹੈ, 1 ਹੈ, 2 ਹੈ, 3 ਹੈ, 4 ਹੈ, 5 ਹੈ, ਇੱਧਰ ਇਹ ਘਟਾਓ 1, ਘਟਾਓ 2 ਤੇ ਘਟਾਓ 3 ਹੈ। ਠੀਕ ਹੈ ਜੀ, ਇਹਦੇ ਵਿੱਚ ਵੀ ਗੱਲ ਕਰ ਲੈਂਦੇ, ਸਿਫਰ ਹੈ, ਇਹ 1 ਹੈ, 2 ਹੈ, ਇਹਨੂੰ 3 ਕਰ ਦਿੰਦੇ ਆ, 4 5 6 ਤੇ ਆ 7 ਹੈ। ਠੀਕ ਹੈ ਜੀ, ਮੰਨ ਲਓ ਵੈਸੇ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਜੇ ਮੈਂ ਇਹ ਦੱਸਣਾ ਹੋਵੇ ਕਿ ਇਹਦੇ ਸਿਫਰ ਕਿਹੜੇ ਕਿਹੜੇ ਨੇ, ਠੀਕ ਹੈ ਜੀ, x ਧੁਰੇ ਨੂੰ ਜਿਹੜਾ ਇਹ ਗ੍ਰਾਫ ਜਿੱਥੇ ਜਿੱਥੇ ਕੱਟਦਾ ਹੈ ਉਹਦੇ ਵਿੱਚ x ਦਾ ਜੋ ਮੁੱਲ ਹੋਏਗਾ ਉਸ x ਧੁਰੇ ਦੇ ਵਿੱਚ, ਉਹ ਜਿਹੜਾ ਹੈਗਾ ਉਹਦੇ ਸਿਫਰ ਦੀ ਕੀਮਤ ਹੋਏਗੀ। ਯਾਨੀ ਕਿ x ਬਰਾਬਰ -2 ਇਸ ਪੋਲੀਨੋਮੀਅਲ ਦਾ, ਇਸ ਬਹੁਪਦ ਦਾ ਸਿਫਰ ਹੋਏਗਾ, x ਬਰਾਬਰ 1 ਇਸ ਬਹੁਪਦ ਦਾ ਸਿਫਰ ਹੋਏਗਾ ਤੇ x ਬਰਾਬਰ 5 ਵੀ ਇਸ ਬਹੁਪਦ ਦਾ ਇੱਕ ਸਿਫਰ ਹੋਵੇਗਾ। ਠੀਕ ਹੈ ਜੀ, ਇਸੇ ਤਰੀਕੇ ਦੇ ਨਾਲ ਵਿਦਿਆਰਥੀਓ ਇਸ ਕੇਸ ਦੇ ਵਿੱਚ x ਬਰਾਬਰ 3 ਜੋ ਹੈ ਉਹ ਇਸ ਬਹੁਪਦ ਦਾ ਸਿਫਰ ਹੋਵੇਗਾ, ਇਹ ਜਿਸ ਦਾ ਵੀ ਇਹ ਗ੍ਰਾਫ ਹੈ, ਤੇ x ਬਰਾਬਰ 7 ਜੋ ਹੈ ਉਹ ਵੀ ਇਸ ਬਹੁਪਦ ਦਾ ਇੱਕ ਸਿਫਰ ਹੋਵੇਗਾ। ਸਿਫਰਾਂ ਦੀ ਗਿਣਤੀ 2 ਹੀ ਰਹੇਗੀ, ਲੇਕਿਨ ਉਹ ਕਿੱਥੇ ਕਿੱਥੇ ਹੋਣਗੇ, x ਬਰਾਬਰ 3 ਤੇ x ਬਰਾਬਰ 7 ਚ ਸਿਫਰਾਂ ਦੀ ਗਿਣਤੀ 3 ਹੈ, ਪਰ ਕਿਹੜੇ ਕਿਹੜੇ, x ਬਰਾਬਰ -2, x ਬਰਾਬਰ 1 ਤੇ x ਬਰਾਬਰ 5 ਹੈ। ਠੀਕ ਹੈ ਜੀ, ਇਹ ਸਿਫਰਾਂ ਦੀ ਗਿਣਤੀ ਸੀਗੀ। ਹੁਣ ਵਿਦਿਆਰਥੀਓ ਅਸੀਂ ਜਿਹੜਾ ਅੱਜ ਦਾ ਆਪਣਾ ਲੈਕਚਰ ਹੈ ਉਸ ਲੈਕਚਰ ਨੂੰ ਅਸੀਂ ਜ਼ਿਆਦਾਤਰ ਕੇਸਿਸ ਦੇ ਵਿੱਚ ਜੋ ਹੈ ਉਹ ਆਪਣੇ 2 ਘਾਤੀ ਬਹੁਪਦ ਦੇ ਉੱਤੇ ਹੀ ਫੋਕਸ ਰੱਖਾਂਗੇ। ਠੀਕ ਹੈ ਵਿਦਿਆਰਥੀਓ, ਚਲੋ ਜੀ ਆਪਾਂ ਨੈਕਸਟ ਆਪਣੇ ਟੌਪਿਕ ਵੱਲ ਆਈਏ ਅੱਜ ਦੇ। ਇਹ ਥੋੜਾ ਜਿਹਾ ਆਪਾਂ ਪਿਛਲਾ ਲੈਕਚਰ ਰੀਕੈਪਚੁਲੇਟ ਕੀਤਾ ਸਭ ਤੋਂ ਪਹਿਲਾਂ। ਇਸ ਤੋਂ ਬਾਅਦ ਅਸੀਂ ਵਿਦਿਆਰਥੀਓ ਇੱਕ 2 ਘਾਤੀ ਸਮੀਕਰਨ ਇੱਕ ਚੂਜ਼ ਕਰਦੇ ਹਾਂ, tx ਬਰਾਬਰ 2x ਦੀ ਘਾਤ 2 -8x ਜਮਾ 6। ਠੀਕ ਹੈ ਜੀ, 2x ਦੀ ਘਾਤ 2 -8x ਜਮਾ 6।
अच्छा विद्यार्थियों, सब तो पहलो ਅਸੀਂ ਕੀ ਕਰਾਂਗੇ, ਅਸੀਂ ਇਹਦੇ ਸਿਫਰ ਪਤਾ ਕਰਾਂਗੇ ਸਭ ਤੋਂ ਪਹਿਲਾਂ। ਠੀਕ ਹੈ ਜੀ, ਅਸੀਂ ਕੀ ਕਰਦੇ ਆ, ਇਹਦੇ ਸਿਫਰ ਕਿਵੇਂ ਪਤਾ ਕਰ ਸਕਦੇ ਆ। 9ਵੀਂ ਜਮਾਤ ਦੇ ਵਿੱਚ ਅਸੀਂ ਇਸ ਜਿਹੜੇ ਇਹ ਬਹੁਪਦ ਹੈ ਇਹਦਾ ਗੁਣਨਖੰਡੀਕਰਨ ਕੀਤਾ ਹੋਇਆ ਹੈ। ਠੀਕ ਹੈ ਜੀ, ਅਸੀਂ ਇਹਨੂੰ ਵੀ ਇੱਥੇ ਇਹਦਾ ਗੁਣਨਖੰਡੀਕਰਨ ਕਰ ਸਕਦੇ ਆ। ਦੇਖਦੇ ਆ ਕਰਕੇ ਕੀ ਆਏਗਾ। ਇੱਥੇ ਵਿਦਿਆਰਥੀਓ 2x ਦੀ ਘਾਤ 2, ਇੱਥੇ ਮੈਂ ਕੀ ਕਰਦਾ ਹੁੰਦਾ ਬ੍ਰੈਕਟ ਛੱਡ ਦਿੰਦਾ ਹੁੰਦਾ ਜਮਾ 6। ਇਸ 8 ਦੇ ਅਜਿਹੇ ਦੋ ਟੁਕੜੇ ਇੱਥੇ ਕਰਨੇ ਆ ਕਿ ਗੁਣਨਫਲ ਕਰਕੇ ਤਾਂ ਇਹ ਆਵੇ ਪਰ ਪਲੱਸ ਮਾਈਨਸ ਕਰਕੇ ਆਣਾ ਚਾਹੀਦਾ। ਲੇਕਿਨ ਇਸ ਕੇਸ ਦੇ ਵਿੱਚ ਇੱਥੇ 2 ਤੇ ਇੱਥੇ 6, ਜਿਹੜੇ ਆ x ਦੀ ਘਾਤ 2 ਦਾ ਗੁਣਾ ਤੇ ਅਚਲ, ਇਹਨਾਂ ਦੋਨਾਂ ਨੂੰ ਰਫ ਦੇ ਵਿੱਚ ਗੁਣਾ ਕਰ ਲਓ। 2 ਗੁਣਾ 6 ਬਰਾਬਰ 12 ਆ ਗਿਆ। ਠੀਕ ਹੈ ਜੀ, ਤੁਸੀਂ ਇਸ 8 ਦੇ ਦੋ ਅਜਿਹੇ ਟੁਕੜੇ ਕਰਨੇ ਨੇ, ਅਜਿਹੇ ਟੁਕੜੇ ਕਰਨੇ ਨੇ ਕਿ ਉਹਨਾਂ ਦੋਨਾਂ ਦਾ ਗੁਣਨਫਲ 12 ਆਣਾ ਚਾਹੀਦਾ ਹੈ, ਲੇਕਿਨ ਉਹਨਾਂ ਦਾ ਜੋੜ 8 ਆਣਾ ਚਾਹੀਦਾ ਹੈ। ਤੇ ਮੈਂ ਦੇਖਦਾ ਹਾਂ ਜੇਕਰ ਮੈਂ 6 ਤੇ 2 ਨੂੰ ਜੋੜਾਂ, 6 ਤੇ 2 8 ਤੇ 6 ਗੁਣਾ 2 12, ਯਾਨੀ ਕਿ ਆ 12 ਇੱਥੇ ਆਉਂਦਾ ਹੈ। ਜੇ ਮੈਂ ਇਹ ਵਾਲਾ ਟੈਕਨੀਕ ਅਜਮਾਵਾਂਗਾ ਤਾਂ ਮੇਰੇ ਪੂਰੇ ਤੌਰ ਦੇ ਉੱਤੇ ਇਹਦੇ ਗੁਣਨਖੰਡ ਬਣ ਜਾਣਗੇ। ਦੇਖੋ 2x ਦੀ ਘਾਤ 2 ਮਾਈਨਸ 6x ਮਾਈਨਸ 2x ਜਮਾ 6, ਇਹ ਬਣੇਗਾ ਵਿਦਿਆਰਥੀਓ 2x ਸਾਂਝਾ ਆ, ਬਾਹਰ ਕੱਢ ਲਓ। ਇੱਥੇ ਬਚ ਗਿਆ x, ਦੇਖੋ x ਦੀ ਘਾਤ 2 ਸੀ, ਇੱਕ x ਬਾਹਰ ਆ ਗਿਆ, ਇੱਕ ਇੱਥੇ ਚਲਾ ਗਿਆ, 2 ਦਾ 2 ਬਾਹਰ ਆ ਗਿਆ, ਮਾਈਨਸ 6 ਆ, 6 ਦੇ ਵਿੱਚੋਂ 2 ਬਾਹਰ ਕੱਢਿਆ। ਕਈ ਵਾਰ ਵਿਦਿਆਰਥੀ ਕੰਫਿਊਜ਼ ਹੋ ਜਾਂਦਾ, ਉਹਨੂੰ ਕਹੋ ਕਿ 6 ਦੇ ਵਿੱਚੋਂ 2 ਆਪਾਂ ਗੁਣਨਖੰਡ ਦੇ ਵਿੱਚ ਬਾਹਰ ਕੱਢਿਆ ਤੇ ਉਹ ਅੰਦਰ 4 ਲਿਖ ਦਿੰਦਾ ਹੈ, ਲੇਕਿਨ ਇਹ ਨਹੀਂ ਆ। ਅਸਲ ਦੇ ਵਿੱਚ 6 ਆ, 3 ਗੁਣਾ 2, ਇਸ 2 ਨੂੰ ਜੇਕਰ ਤੁਸੀਂ ਬਾਹਰ ਕੱਢ ਦਿੰਦੇ ਹੋ ਤਾਂ ਕੀ ਬਚਦਾ, 3 ਬਚਿਆ। ਇਹਦਾ ਮਤਲਬ ਇੱਥੇ ਕੀ ਆ ਜਾਏਗਾ 3। ਆਹ ਵਾਲਾ x ਪਹਿਲੀ ਬਾਰ ਨਿਕਲ ਗਿਆ, ਘਟਾਓ ਦਾ ਨਿਸ਼ਾਨ ਇੱਥੇ, ਤੇ ਇਹ 2 ਤੇ 6 ਦੇ ਵਿੱਚ ਸਾਂਝਾ ਕਿੰਨਾ ਆ, 2 ਸਾਂਝਾ ਆ। ਕਿਉਂ ਸਾਂਝਾ ਆ, ਕਿਉਂਕਿ 6 3 ਗੁਣਾ 2 ਹੈ, 2 ਸਾਂਝਾ ਬਾਹਰ ਨਿਕਲ ਗਿਆ। ਹੁਣ ਇੱਥੇ ਰਹਿ ਗਿਆ ਇਕੱਲਾ x, ਇਹ ਮਾਈਨਸ ਹੈ, ਮਾਈਨਸ ਦੇ ਵਿੱਚੋਂ ਜੇਕਰ ਪਲੱਸ ਹੈ, ਪਲੱਸ ਦੇ ਵਿੱਚੋਂ ਜੇਕਰ ਮਾਈਨਸ ਕਾਮਨ ਕੱਢੀਏ ਤਾਂ ਅੰਦਰ ਘਟਾਓ ਦਾ ਨਿਸ਼ਾਨ ਹੀ ਯਾਨੀ ਕਿ ਮਾਈਨਸ ਰਹਿ ਜਾਂਦਾ ਆ। ਤੇ 6 ਦੇ ਵਿੱਚੋਂ 2 ਬਾਹਰ ਕੱਢਿਆ, 6 ਤੋਂ 2 ਬਾਹਰ ਕੱਢਿਆ, ਅੰਦਰ ਕਿੰਨਾ ਰਹਿ ਗਿਆ 3। ਠੀਕ ਹੈ ਵਿਦਿਆਰਥੀਓ, ਹੁਣ ਇਹਦੇ ਵਿੱਚ ਬੱਚੇ ਕਹਿਣਗੇ ਕਿ ਮਾਈਨਸ ਦੇ ਵਿੱਚੋਂ ਪਲੱਸ ਬਾਹਰ ਕੱਢਿਆ ਕਿਵੇਂ, ਇਹਨੂੰ ਵੀ ਇਸ ਤਰੀਕੇ ਨਾਲ ਸਮਝ ਸਕਦੇ ਹਾਂ। ਜੇਕਰ 2 ਘਟਾਓ ਨੂੰ ਗੁਣਾ ਕਰੀਏ ਤਾਂ ਸਾਡੇ ਕੋਲ ਉੱਤਰ ਜਮਾ ਆਉਂਦਾ ਆ। ਜੇਕਰ ਇਹਦੇ ਵਿੱਚੋਂ ਜਮਾ ਦੇ ਵਿੱਚੋਂ ਇੱਕ ਘਟਾਓ ਬਾਹਰ ਨਿਕਲ ਜਾਏਗਾ ਤੇ ਅੰਦਰ ਕਿੰਨਾ ਰਹਿ ਜਾਏਗਾ, ਆ ਵਾਲਾ ਘਟਾਓ ਅੰਦਰ ਰਹਿ ਜਾਏਗਾ, ਇਹ ਉਹ ਵਾਲਾ ਘਟਾਓ ਹੈ। ਠੀਕ ਹੈ, ਹੁਣ ਦੇਖੋ ਵਿਦਿਆਰਥੀਓ, ਹੁਣ ਇਹ ਦੋ ਟਰਮ ਬਣ ਗਏ, ਇੱਕ ਆ ਵਾਲੀ ਤੇ ਇੱਕ ਆ ਵਾਲੀ। ਇਹਨਾਂ ਦੋਨਾਂ ਟਰਮਸ ਦੇ ਵਿੱਚ ਸਾਂਝਾ ਕੀ ਹੈ, x ਘਟਾਓ 3 ਤੇ ਦੂਸਰੀ ਟਰਮ ਕੀ ਆ 2x ਮਾਈਨਸ 2। ਠੀਕ ਹੈ ਜੀ, ਹੁਣ 2x ਮਾਈਨਸ 2 ਦੇ ਵਿੱਚ ਫਿਰ 2 ਸਾਂਝਾ ਆ, ਇਸ 2 ਨੂੰ ਕੱਢ ਦੋ ਬਾਹਰ, ਇੱਥੇ ਆ ਗਿਆ ਜੀ x ਮਾਈਨਸ 1 ਤੇ x ਮਾਈਨਸ 3, ਯਾਨੀ ਕਿ ਇਸ px ਯਾਨੀ ਕਿ ਇਸ ਬਹੁਪਦ ਦਾ ਜਦੋਂ ਅਸੀਂ ਗੁਣਨਖੰਡੀਕਰਨ ਕੀਤਾ ਤੇ ਸਾਡੇ ਕੋਲ ਆ ਗਿਆ 2 ਗੁਣਾ x ਘਟਾਓ 1 ਤੇ x ਮਾਈਨਸ 3। ਠੀਕ ਹੈ ਜੀ, ਹੁਣ ਮੈਂ ਇਹਦੇ ਸਿਫਰ ਪਤਾ ਕਰਨਾ ਚਾਹੁੰਦਾ। ਸਵਾਲ ਤਾਂ ਸਿਫਰ ਪਤਾ ਕਰਨ ਦਾ ਸੀ, ਗੁਣਨਖੰਡ ਕਰਨ ਦਾ ਨਹੀਂ ਸੀ, ਸਿਫਰ ਪਤਾ ਕਰਨੇ ਸੀ। ਸਿਫਰ ਕਿਵੇਂ ਪਤਾ ਕੀਤੇ ਜਾ ਸਕਦੇ ਆ, ਇਹਦੇ ਵਿੱਚ ਜੋ ਵੀ ਇਹਦੇ ਪਹਿਲੀ ਟਰਮ ਹੈ x ਮਾਈਨਸ 2 ਉਹਨੂੰ ਬਰਾਬਰ 0 ਕਰ ਦਿਓ, x ਬਰਾਬਰ 1 ਆ ਜਾਏਗਾ ਤੇ ਦੂਸਰੇ ਪਾਸੇ x ਨੂੰ x ਮਾਈਨਸ 3 ਬਰਾਬਰ 0 ਤੇ x ਬਰਾਬਰ ਕਿੰਨਾ ਆ ਜਾਏਗਾ 3 ਆ ਜਾਏਗਾ। ਇਹ ਦੋ ਜਿਹੜੇ ਹੈਗੇ ਆ ਸਾਡੇ ਕੋਲ ਇਸ ਬਹੁਪਦ ਦੇ ਦੋ ਸਿਫਰ ਜਿਹੜੇ ਹੈਗੇ ਆ ਉਹ ਕਿਹੜੇ ਕਿਹੜੇ ਆ ਜਾਣਗੇ 1 ਅਤੇ 3। ਠੀਕ ਹੈ ਜੀ, ਅੱਛਾ ਵਿਦਿਆਰਥੀਓ, ਹੁਣ ਅਸੀਂ ਆਂਦੇ ਆ ਜੋ ਮੇਰਾ ਅੱਜ ਦਾ ਟੌਪਿਕ ਹੈ ਉਹ ਕੀ ਹੈ। ਮੈਂ ਇਹ ਕਿਹਾ ਸੀਗਾ ਕਿ ਬਈ ਅਸੀਂ ਇਹਨਾਂ ਦੇ ਸਿਫਰਾਂ ਅਤੇ ਇਸ ਬਹੁਪਦ ਦੇ ਵਿੱਚ ਜੋ ਚਲਾਂ ਦੇ ਗੁਣਾਂਕ ਨੇ ਉਹਨਾਂ ਦਾ ਆਪਸੀ ਸੰਬੰਧ ਵਿਚਾਰਾਂਗੇ ਕਿ ਕੀ ਬਣਦਾ ਆ। ਠੀਕ ਹੈ ਜੀ, ਸਭ ਤੋਂ ਪਹਿਲਾਂ ਮੈਂ ਕੀ ਕਰਦਾ, ਸਿਫਰਾਂ ਦਾ ਜੋੜ। ਸਿਫਰਾਂ ਦਾ ਜੋੜ, ਸਿਫਰਾਂ ਦਾ ਜੋੜ ਕਰੋ ਬੇਟਾ, ਕਿੰਨਾ ਹੁੰਦਾ 1 ਜਮਾ 3 ਬਰਾਬਰ ਆਇਆ 4। ਜਦੋਂ ਕਰ ਮੈਂ ਸਿਫਰਾਂ ਦਾ ਜੋੜ ਕੀਤਾ ਤੇ ਮੈਂ ਇਹਦੇ ਗੁਣਾਂਕਾਂ ਦੇ ਵੱਲ ਗਿਆ ਤੇ ਮੈਂ ਨੋਟਿਸ ਕੀਤਾ ਕਿ ਇਹਦੇ ਗੁਣਾਂਕ ਜੇਕਰ ਮੈਂ ਘਟਾਓ 8/2 ਕਰਾਂ, ਘਟਾਓ 8/2 ਯਾਨੀ ਕਿ ਇਹਦਾ ਕਰਾਂ ਤੇ ਮੇਰੇ ਕੋਲ ਉੱਤਰ ਆਂਦਾ ਹੈ ਘਟਾਓ 8/2, ਇਹ ਆ ਗਿਆ ਮੇਰੇ ਕੋਲ 8/2 ਬਰਾਬਰ 4, ਯਾਨੀ ਕਿ ਦੋਨੋਂ ਚੀਜ਼ਾਂ ਬਰਾਬਰ ਆ ਰਹੀਆਂ ਨੇ। ਲੇਕਿਨ ਘਟਾਓ 8/2 ਕਿਉਂ ਹੋਇਆ, ਕਿਉਂਕਿ ਇਹਦਾ ਦੇਖੋ ਕਿਸੇ ਵੀ ਬਹੁਪਦ ਨੂੰ ਲਿਖਣ ਦਾ ਅਸਲ ਢੰਗ ਕੀ ਸੀ, ax ਦੀ ਘਾਤ 2 ਜਮਾ bx ਜਮਾ c, ਇਹਦੀ ਜਨਰਲ ਟਰਮ ਹੁੰਦੀ। ਇਹਦਾ ਮਤਲਬ ਜੇ 8x ਦੀ ਲਿਖਿਆ ਤਾਂ ਦੇਖੋ ਇਹਦਾ ਮਤਲਬ ਪਹਿਲਾਂ ਮੈਂ b ਲਿਖਿਆ, ਫਿਰ ਡਿਨੋਮੀਨੇਟਰ ਦੇ ਵਿੱਚ ਬਟੇ ਦੇ ਵਿੱਚ ਕੀ ਲਿਖਿਆ ਮੈਂ 2, ਯਾਨੀ ਕਿ ਉਹ ਕੀ ਸੀਗਾ a। ਇਹਦਾ ਮਤਲਬ a ਘਟਾਓ b/2
ए जिहड़ा हैगा मेरे कोल आया। ਇਹਦਾ मतलब ਜਿਹੜੀ ਆ ਚੀਜ਼ ਹੈ ਅਸਲ ਦੇ ਵਿੱਚ ਜਿਹੜੀ ਆ ਚੀਜ਼ ਬਣਾਈ ਆ ਇਹ ਅਸਲ ਦੇ ਵਿੱਚ ਕੀ ਆ, ਇਹ ਹੈਗੀ ਆ ਘਟਾਓ b ਬਟਾ a। ਠੀਕ ਹੈ ਜੀ, ਇਹਦਾ मतलब ਸਿਫਰਾਂ ਦਾ ਜੋੜ ਜਿਹੜਾ ਹੈਗਾ ਆ ਉਹ ਗੁਣਾਂਕਾਂ ਦੇ ਵਿੱਚ b ਬਟਾ ਮਾਈਨਸ b ਬਟਾ a ਦੇ ਬਰਾਬਰ ਆ ਰਿਹਾ ਹੈ। ਉਹਦਾ मतलब ਕੀ ਬਣਿਆ, ਉਹਦਾ मतलब ਬਣਿਆ ਘਟਾਓ, ਦੇਖੋ ਇਹ x ਦਾ ਗੁਣਾਂਕ ਹੈ, x ਦਾ ਗੁਣਾਂਕ ਬਟਾ a ਕੀ ਹੈ, x ਦੀ ਘਾਤ 2 ਦਾ ਗੁਣਾਂਕ। ਠੀਕ ਹੈ, ਹੁਣ ਦੂਸਰੀ ਚੀਜ਼ ਕਰਦੇ ਹਾਂ, ਸਿਫਰਾਂ ਦੀ ਗੁਣਾ। ਚਲੋ ਸਿਫਰਾਂ ਦੀ ਗੁਣਾ ਕਰਕੇ ਦੇਖਦੇ ਹਾਂ। 1 ਗੁਣਾ 3 ਬਰਾਬਰ 3, ਇਹ 3 ਆਇਆ। ਠੀਕ ਹੈ ਜੀ, ਹੁਣ ਇਹਨੂੰ ਦੂਸਰੇ ਢੰਗ ਨਾਲ ਕਰਕੇ ਦੇਖਦੇ ਹਾਂ ਕਿ ਜੇਕਰ ਮੈਂ 6 ਬਟਾ 2 ਕਰ ਲਵਾਂ, 6 ਬਟਾ 2 ਇਹ ਵੀ 3 ਦੇ ਬਰਾਬਰ ਆਂਦਾ, ਲੇਕਿਨ 6 ਕੀ ਹੈ ਤੇ 2 ਕੀ ਆ, ਦੇਖੋ ਇਹਦੇ ਵਿੱਚ 6 ਕੀ ਆ c, ਦੇਖੋ c ਹੈ ਨਾ 6 ਤੇ 2 ਕੀ ਆ a, ਇਹਦਾ मतलब a ਕੀ ਆ ਰਿਹਾ ਬਰਾਬਰ c ਬਟਾ a। ਇਹਦਾ मतलब ਸਿਫਰਾਂ ਦੀ ਜਿਹੜੀ ਗੁਣਾ ਆ ਉਹ c ਬਟਾ a ਦੇ ਬਰਾਬਰ ਆ ਰਹੀ ਆ ਤੇ c ਕੀ ਹੈ, ਅਚਲ ਬਟਾ x ਦੀ ਘਾਤ 2 ਦਾ ਗੁਣਾਂਕ। ਠੀਕ ਹੈ ਜੀ, ਇਹ ਸਾਡੇ ਕੋਲ ਇਹ ਚੀਜ਼ ਜਿਹੜੀ ਹੈਗੀ ਆ ਬਣ ਰਹੀ ਆ। ਠੀਕ ਹੈ, ਅੱਛਾ ਵਿਦਿਆਰਥੀਓ ਦੇਖੋ ਇਹਦੇ ਵਿੱਚ ਅਸੀਂ ਇੱਕ ਉਦਾਹਰਣ ਲਈ, ਇਸ ਉਦਾਹਰਣ ਦੇ ਵਿੱਚ ਅਸੀਂ px ਬਰਾਬਰ 2x ਦੀ ਘਾਤ 2 ਮਾਈਨਸ 8x ਜਮਾ 6 ਲਿਆ, ਉਹਦਾ ਗੁਣਨਖੰਡੀਕਰਨ ਕੀਤਾ। ਗੁਣਨਖੰਡ ਕਰਕੇ ਮੈਂ ਦੇਖਿਆ ਕਿ ਮੇਰੇ ਕੋਲ x ਘਟਾਓ 1 ਤੇ x ਘਟਾਓ 3 ਮੇਰੇ ਕੋਲ ਜਿਹੜਾ ਹੈਗਾ ਇਹ ਆਇਆ। ਉਹਨਾਂ ਨੂੰ ਹੱਲ ਕਰਨ ਦੇ ਲਈ, ਸਿਫਰ ਕੱਢਣ ਦੇ ਲਈ ਮੈਂ ਕੱਲੇ ਨੂੰ ਬਰਾਬਰ 0 ਦੇ ਕੀਤਾ, ਇੱਧਰ x ਬਰਾਬਰ 1 x ਬਰਾਬਰ 3 ਆਇਆ। ਉਸ ਤੋਂ ਬਾਅਦ ਮੈਂ ਇਹਨਾਂ ਦੇ ਸਿਫਰਾਂ ਦਾ ਜੋੜ ਕੀਤਾ, 1 ਤੇ 3 ਦਾ ਜੋੜ ਕੀਤਾ, ਲੇਕਿਨ ਆਇਆ 4 ਆਇਆ। ਫਿਰ ਮੈਂ ਇਧਰਲੇ ਪਾਸੇ b ਬਟਾ a ਕਰਨ ਦੀ ਕੋਸ਼ਿਸ਼ ਕੀਤੀ, ਮਾਈਨਸ b ਬਟਾ a, ਯਾਨੀ ਕਿ 8 ਬਟਾ 2 a 8 ਬਟਾ 2 4 ਆ ਗਏ, ਇਹ ਦੋਵੇਂ ਬਰਾਬਰ ਆਏ। ਤੇ ਮੈਂ ਇਹ ਨੋਟਿਸ ਕੀਤਾ ਕਿ ਸਿਫਰਾਂ ਦਾ ਜੋੜ ਜਿਹੜਾ ਹੈਗਾ ਆ ਉਹ ਕਿਹਦੇ ਬਰਾਬਰ ਆ ਰਿਹਾ ਆ, ਮਾਈਨਸ b ਬਟਾ a, ਯਾਨੀ ਕਿ x ਘਟਾਓ x ਦਾ ਗੁਣਾਂਕ ਬਟਾ x ਦੀ ਘਾਤ 2 ਦਾ ਗੁਣਾਂਕ। ਤੇ ਸਿਫਰਾਂ ਦੀ ਜਿਹੜੀ ਗੁਣਾ ਆ ਉਹ 1 ਗੁਣਾ 3, 3 ਏਕਮ 3, ਤੇ ਦੂਸਰੇ ਪਾਸੇ 6 ਬਟਾ 2, 6 ਬਟਾ 2 ਵੀ 3 ਆ ਗਿਆ। ਉਹ ਕਿਹਦੇ ਬਰਾਬਰ ਸੀ, 6 ਕੀ ਆ c, a ਕੀ ਆ 2, ਇਹ ਆ ਗਿਆ c ਬਟਾ a, ਯਾਨੀ ਕਿ ਅਚਲ ਬਟਾ x ਦੀ ਘਾਤ 2 ਦਾ ਗੁਣਾਂਕ। ਠੀਕ ਹੈ ਪਿਆਰੇ ਵਿਦਿਆਰਥੀਓ, ਇਹ ਸਾਡੇ ਕੋਲ ਪਹਿਲੀ ਉਦਾਹਰਣ ਹੈ ਜਿਸ ਉਦਾਹਰਣ ਦੇ ਨਾਲ ਅਸੀਂ ਸਿਫਰਾਂ ਦੇ ਜੋੜ ਅਤੇ ਸਿਫਰਾਂ ਦੀ ਗੁਣਾ ਨੂੰ ਅਸੀਂ x ਦੀ ਘਾਤ 2 ਤੇ x ਦੇ ਗੁਣਾਂਕ ਦੇ ਨਾਲ ਅਤੇ ਉਹਨਾਂ ਦੇ ਅਚਲ ਦੇ ਨਾਲ ਜਿਹੜਾ ਹੈਗਾ ਆ ਉਹਦਾ ਇੱਕ ਰਿਸ਼ਤਾ ਕਾਇਮ ਕੀਤਾ। ਹੁਣ ਰਿਸ਼ਤਾ ਤਾਂ ਕਾਇਮ ਕੀਤਾ, ਲੇਕਿਨ ਕੀ ਇਹ ਸਹੀ ਆ ਕਿ ਨਹੀਂ ਆ, ਅਸੀਂ ਕੀ ਕਰਦੇ ਆ, ਇੱਕ ਹੋਰ ਉਦਾਹਰਣ ਦੇ ਨਾਲ ਇਹਨੂੰ ਚੈੱਕ ਕਰਦੇ ਆ ਕਿ ਕੀ ਇਹ ਚੀਜ਼ ਸਹੀ ਹੋ ਰਹੀ ਆ ਕਿ ਨਹੀਂ ਹੋ ਰਹੀ ਆ। ਹੋ ਸਕਦਾ ਇੱਕ ਦੇ ਵਿੱਚ ਤੁੱਕਾ ਲੱਗਿਆ ਹੋਵੇ। ਠੀਕ ਹੈ, ਸੋ ਇਸ ਲਈ ਇੱਕ ਹੋਰ ਉਦਾਹਰਣ ਅਸੀਂ ਲੈ ਕੇ ਚੱਲਦੇ ਆ, ਇਰੇਜ਼ ਕਰਦੇ ਆ ਇਹਨੂੰ। ਨੈਕਸਟ ਵੀ ਅਸੀਂ ਬਹੁਪਦ ਜਿਹੜੀ ਲਵਾਂਗੇ ਉਹ 2 ਘਾਤੀ ਬਹੁਪਦ ਹੀ ਆਪਾਂ ਚੂਜ਼ ਕਰਾਂਗੇ। 2 ਘਾਤੀ ਬਹੁਪਦ ਦੇ ਵਿੱਚ ਉਦਾਹਰਣ ਹੈ ਸਾਡੇ ਕੋਲ ਅਗਲੀ, ਤੁਸੀਂ ਵੀ ਲਿਖੋ ਜੀ, ਮੈਂ ਵੀ ਲਿਖ ਰਿਹਾ ਜੀ। ਉਦਾਹਰਣ ਹੈ ਸਾਡੇ ਕੋਲ px ਬਰਾਬਰ 3x ਦੀ ਘਾਤ 2 ਜਮਾ 5x ਘਟਾਓ 2। ਠੀਕ ਹੈ ਵਿਦਿਆਰਥੀਓ, ਇਹ ਚੀਜ਼ ਮੇਰੇ ਕੋਲ ਆ ਗਈ। ਹੁਣ ਇਸ ਚੀਜ਼ ਦੇ ਵਿੱਚ ਫਿਰ ਉਹੀ ਚੀਜ਼ 3 ਤੇ 2 ਇਹਨਾਂ ਨੂੰ ਗੁਣਾ ਕਰੋ, 3 ਦੂਣੀ 3 ਗੁਣਾ 2 ਕਰੋ ਬਰਾਬਰ ਕਿੰਨਾ ਆ ਗਿਆ 6। ਇਹਨੂੰ ਸਾਈਡ ਤੇ ਰੱਖੋ। ਇਸ 5 ਦੇ ਮੈਂ ਅਜਿਹੇ 2 ਟੁਕੜੇ ਕਰਾਂਗਾ ਕਿ ਗੁਣਾ ਕਰਕੇ ਮੇਰੇ ਕੋਲ 6 ਆਣਾ ਚਾਹੀਦਾ ਤੇ ਜਮਾ ਕਰਕੇ ਜਮਾ ਜਾਂ ਘਟਾਓ ਕਰਕੇ ਮੇਰੇ ਕੋਲ 5 ਆਣਾ ਚਾਹੀਦਾ ਆ। ਠੀਕ ਹੈ ਜੀ, ਹੁਣ ਇਹਦੇ ਵਿੱਚ ਮੈਂ ਕੀ ਕੀਤਾ, 5 ਨੂੰ ਲਿਖਤਾ 6 ਘਟਾਓ 1, 6 ਵਿੱਚੋਂ 1 ਘਟਾਵਾਂਗੇ ਤਾਂ 5 ਆ ਜਾਏਗਾ। ਠੀਕ ਹੈ ਜੀ, ਤੇ 6 ਗੁਣਾ 1 ਕਰਾਂਗੇ ਤਾਂ 6 ਏਕਮ 6 ਆ ਜਾਏਗਾ। ਠੀਕ ਹੈ, ਹੁਣ ਇਹਨੂੰ ਅੱਗੇ ਹੱਲ ਕਰਕੇ ਦੇਖਦੇ ਹਾਂ। 3x ਦੀ ਘਾਤ 2 ਜਮਾ 6x ਘਟਾਓ x ਮਾਈਨਸ 2, ਇਹਨਾਂ ਦੋਨਾਂ ਦੇ ਵਿੱਚ 3 ਸਾਂਝਾ ਤੇ x ਵੀ ਸਾਂਝਾ, ਇਧਰੋਂ x ਦੀ ਘਾਤ 2 ਦੇ ਵਿੱਚੋਂ 1x ਬਾਹਰ ਨਿਕਲ ਕੇ ਅੰਦਰ x ਰਹਿ ਗਿਆ, ਜਮਾ x ਬਾਹਰ ਗਿਆ, 3 ਦੂਣੀ 6, ਫਿਰ ਉਹੀ ਗੱਲ ਆ ਗਈ 6 ਦੇ ਵਿੱਚੋਂ 3 ਬਾਹਰ ਕੱਢਿਆ, ਅੰਦਰ ਕੀ ਰਹਿ ਗਿਆ 2, ਇੱਥੇ 2 ਆ ਗਿਆ। ਇੱਥੇ ਦੋਨੋਂ ਪਾਸੇ ਘਟਾਓ ਦਾ ਨਿਸ਼ਾਨ ਹੈ, ਮੈਂ ਘਟਾਓ 1 ਸਾਂਝਾ ਕੱਢ ਲਿਆ, ਕਿਉਂਕਿ ਜਦੋਂ ਵੀ ਕਿਸੇ 2 ਰਕਮਾਂ ਦੇ ਵਿੱਚ ਕੁਝ ਨਹੀਂ ਸਾਂਝਾ ਹੁੰਦਾ ਇਹਦਾ ਮਤਲਬ ਉਹਦੇ ਵਿੱਚ 1 ਸਾਂਝਾ ਹੈ। ਠੀਕ ਹੈ ਜੀ, ਤੇ ਇਹ ਆ ਗਿਆ ਜੀ x ਜਮਾ 2 ਇਸ ਕਰਕੇ ਆਇਆ ਕਿਉਂਕਿ ਘਟਾਓ ਬਾਹਰ ਆ ਗਈ ਆ। ਇਹ ਤੁਹਾਡੇ ਕੋਲ ਬਣ ਗਿਆ 3x ਘਟਾਓ 1 ਤੇ x ਜਮਾ 2, ਇਹ 2 ਰਕਮਾਂ ਬਣ ਗਈਆਂ। ਹੁਣ ਮੈਂ ਇਹ ਚਾਹੁੰਦਾ ਹਾਂ ਕਿ ਭਈ ਮੈਂ ਇਸ ਬਹੁਪਦ ਦੇ ਸਿਫਰ ਪਤਾ ਕਰਨੇ ਨੇ। ਠੀਕ ਹੈ ਜੀ, ਸਿਫਰ ਪਤਾ ਕਰਨ ਦੇ ਲਈ ਮੈਂ ਕੀ ਕਰਾਂਗਾ, 3x ਘਟਾਓ 1 ਨੂੰ ਬਰਾਬਰ 0 ਕਰ ਦਾਂਗਾ, ਇਹ ਆ ਗਿਆ ਜੀ x ਬਰਾਬਰ 1/3 ਤੇ ਦੂਸਰੇ ਪਾਸੇ
मैं x जमा 2 ਨੂੰ बराबर 0 कर दांगा ते मेरे को आ जाएगा x बराबर घटाओ 2, यानी कि मेरे को इस बहुपद के दो सिफर जिहड़े हैगे ने x बराबर -2 ਅਤੇ x बराबर 1/3 आएगा। ठीक है। अच्छा विद्यार्थियों हुण फिर वही काम जो मैं थोड़ी देर पहले किया सी, सब तो पहले करांगे सिफरां दा जोड़। ठीक है विद्यार्थियों, सिफरां दा जोड़ करके देखते हैं कितना है जी 1/3 जमा -2। ठीक है जी, एलसीएम लेने ये आ गया जी 3 1 -3 दूनी 6 बराबर घटाओ 5/3 ਜਿਹੜਾ ਹੈਗਾ ਆ ਇਹਦਾ ਸਿਫਰਾਂ ਦਾ ਜੋੜ ਆਉਂਦਾ ਹੈ। ਲੇਕਿਨ ਤੁਸੀਂ ਧਿਆਨ ਨਾਲ ਦੇਖੋ 5 ਤੇ 3 ਇਹਦਾ ਮਤਲਬ ਜੇਕਰ ਤੁਸੀਂ ਇਸ ਬਹੁਪਦ ਦੇ ਵਿੱਚ, ਮੈਂ ਫਿਰ ਉਹੀ ਕਹਾਂਗਾ ਇਸ ਬਹੁਪਦ ਨੂੰ ਫਿਰ ਤੁਸੀਂ ax ਦੀ ਘਾਤ 2 ਜਮਾ bx ਜਮਾ c ਦੇ ਨਾਲ ਇਹਦੀ ਤੁਲਨਾ ਕਰਕੇ ਦੇਖਣੀ ਆ। 5 ਕੀ ਹੈ b, a ਕੀ ਹੈ c ਤੇ ਸੌਰੀ a ਕੀ ਹੈ 3 ਤੇ c ਕੀ ਹੈ 2। ਇਹਦਾ ਮਤਲਬ ਜੇਕਰ ਘਟਾਓ b/a ਕੀਤਾ ਜਾਵੇ, ਘਟਾਓ b/a ਇਹਦਾ ਮਤਲਬ ਘਟਾਓ 5/3 ਜਿਹੜਾ ਹੈਗਾ ਤੁਹਾਡੇ ਕੋਲ ਆ ਜਾਂਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਿਫਰਾਂ ਦਾ ਜੋੜ ਘਟਾਓ b/a ਦੇ ਬਰਾਬਰ ਹੁੰਦਾ ਹੈ। ਤੇ b/a ਕੀ ਸੀਗਾ? b ਸੀਗਾ ਤੁਹਾਡੇ ਕੋਲ ਘਟਾਓ x ਦਾ ਗੁਣਾਂਕ ਤੇ a ਕੀ ਹੈ ਤੁਹਾਡੇ ਕੋਲ x ਦੀ ਘਾਤ 2 ਦਾ ਗੁਣਾਂਕ, ਜੋ ਕਿ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਇਸੇ ਤਰੀਕੇ ਦੇ ਨਾਲ ਅਸੀਂ ਸਿਫਰਾਂ ਦਾ ਗੁਣਨਫਲ ਇਹ ਪਤਾ ਕਰਦੇ ਹਾਂ, ਸਿਫਰਾਂ ਦਾ ਗੁਣਨਫਲ। ਅੱਛਾ ਵਿਦਿਆਰਥੀਓ, ਸਿਫਰਾਂ ਦਾ ਗੁਣਨਫਲ ਕੀ ਹੈ? ਸਿਫਰਾਂ ਦਾ ਜੇਕਰ ਗੁਣਨਫਲ ਕੱਢਣਾ ਹੋਵੇ ਤਾਂ ਆਪਾਂ ਕੀ ਕਰਦੇ ਹਾਂ? ਇਹ ਦੇਖੋ ਜੀ, ਪਹਿਲਾ ਸਿਫਰ ਸੀ ਮੇਰੇ ਕੋਲ 1/3 ਗੁਣਾ, ਦੂਸਰਾ ਹੈ ਘਟਾਓ 2, ਇਹ ਬਣ ਗਿਆ ਜੀ -2/3। ਜੇਕਰ ਸਿਫਰਾਂ ਦੀ ਗੁਣਾ ਕਰੀਏ ਤਾਂ ਮੇਰੇ ਕੋਲ ਘਟਾਓ 2/3 ਬਣਿਆ। ਇੱਧਰ ਦੇਖੋ ਜੀ, ਘਟਾਓ 2 ਤੇ 3। ਇਹਦਾ ਮਤਲਬ ਜਿਹੜੀ ਆ ਸਿਫਰਾਂ ਦੀ ਗੁਣਾ ਹੈ ਇਹ ਅਸਲ ਦੇ ਵਿੱਚ c/a ਦੇ ਬਰਾਬਰ ਆ ਰਹੀ ਹੈ। c ਕੀ ਹੈ? ਦੇਖੋ ਜੀ ਘਟਾਓ 2, a ਕੀ ਹੈ 3। ਠੀਕ ਹੈ ਜੀ, ਇਹਦਾ ਮਤਲਬ ਜੋ ਆਪਾਂ ਪਹਿਲੇ ਟਰਮ ਦੇ ਵਿੱਚ ਆਪਾਂ ਫਾਰਮੂਲਾ ਦੇਖਿਆ, ਜੋ ਅਸੀਂ ਬਣਾਇਆ ਸੀ, ਉਹ ਬਿਲਕੁਲ ਸਹੀ ਸੈੱਟ ਆ ਰਿਹਾ ਕਿ ਸਿਫਰਾਂ ਦੀ ਗੁਣਨਫਲ ਜਿਹੜਾ ਹੈਗਾ c/a ਦੇ ਬਰਾਬਰ ਆ ਰਿਹਾ ਤੇ ਸਿਫਰਾਂ ਦਾ ਜੋੜ ਘਟਾਓ b/a ਦੇ ਬਰਾਬਰ ਆ ਰਿਹਾ ਹੈ। ਹੁਣ ਪਿਆਰੇ ਵਿਦਿਆਰਥੀਓ, ਅਸੀਂ ਦੇਖੋ ਅਸੀਂ ਦੋ ਉਦਾਹਰਨਾਂ ਨਾਲ ਇਹ ਚੀਜ਼ ਚੈੱਕ ਕੀਤੀ ਆ ਕਿ ਸਿਫਰਾਂ ਦਾ ਜੋੜ ਅਤੇ ਸਿਫਰਾਂ ਦਾ ਗੁਣਨਫਲ ਦਾ ਰਿਲੇਸ਼ਨ ਜਿਹੜਾ ਹੈਗਾ ਆ ਉਹ ਇੱਕ ਬਹੁਪਦ ਦੇ x ਦੀ ਘਾਤ 2 ਅਤੇ x ਦੇ ਗੁਣਾਂਕ ਅਤੇ ਅਚਲ ਦੇ ਨਾਲ ਉਹਦਾ ਖਾਸ ਸੰਬੰਧ ਹੈ ਜਿਹੜਾ ਕਿ ਅਸੀਂ ਇੱਥੇ ਦਰਸਾਇਆ ਹੈ। ਠੀਕ ਹੈ ਜੀ। ਹੁਣ ਸਵਾਲ ਬੇਟਾ ਇਹ ਪੈਦਾ ਹੁੰਦਾ ਕਿ ਬਈ ਇਹ ਸਿਫਰਾਂ ਦਾ ਜੋੜ -b/a ਇਹ ਕਿੱਥੋਂ ਆ ਗਿਆ? ਇਹ ਤਾਂ ਅਸੀਂ ਚੈੱਕ ਕਰੀ ਜਾ ਰਹੇ ਹਾਂ ਨਾ, 2 ਵਾਰ ਚੈੱਕ ਕੀਤਾ, ਹੋ ਸਕਦਾ ਤੀਸਰੀ ਵਾਰ ਨਾ ਆਵੇ, ਚੌਥੀ ਵਾਰ ਨਾ ਆਵੇ, ਪੰਜਵੀਂ ਵਾਰ ਨਾ ਆਵੇ। ਹੁਣ ਹਰ ਵਾਰ ਤਾਂ ਇਦਾਂ ਹੋ ਨਹੀਂ ਸਕਦਾ ਕਿ ਬਈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਕਰਾਤੀ, 2 ਕਰਾਤੀ, ਫਿਰ ਤੀਜੀ ਕਰਾਤੀ, ਫਿਰ ਚੌਥੀ ਕਰਾਤੀ। ਇਸ ਦਾ ਮਤਲਬ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਸਾਨੂੰ ਕਿਤੇ ਨਾ ਕਿਤੇ ਤੁਹਾਨੂੰ ਇੱਕ ਇਹੋ ਜਿਹੀ ਠੋਸ ਚੀਜ਼ ਦਰਸਾਉਣੀ ਪਏਗੀ ਜਦੋਂ ਤੁਸੀਂ ਮੰਨਣ ਲਈ ਤਿਆਰ ਹੋ ਜਾਓ ਕਿ ਸਿਫਰਾਂ ਦਾ ਜੋੜ ਜਿਹੜਾ ਹੈਗਾ ਉਹ ਘਟਾਓ b/a ਦੇ ਹੁੰਦਾ ਹੈ ਤੇ ਸਿਫਰਾਂ ਦਾ ਗੁਣਨਫਲ ਜਿਹੜਾ ਹੈਗਾ ਆ ਉਹ c/a ਦੇ ਹੁੰਦਾ ਹੈ। तो आओ विद्यार्थियों असी इस दा पक्का इंतजाम करिए ते इस चीज नूं समझण वास्ते इस दी एक फाइनल आखिरी उदाहरण लेके चलिए जो कि सानू पूरे तरीके दे नाल इस फार्मूले लई साडा दिमाग पूरा सेट कर देगी ते ये भी मनण लई तैयार कर दे कि हां जो असी फार्मूला किया है वो 100% सही है। ठीक है। अच्छा विद्यार्थियों असी ਇਹਦੀ ਹੁਣ ਇੱਕ ਜਨਰਲ ਜੀ ਐਗਜ਼ਾਮਪਲ ਲੈ ਕੇ ਚੱਲਦੇ। px ਬਰਾਬਰ, ਮੈਂ ਫਰੇਮ ਤੋਂ ਬਾਹਰ ਹੋ ਜਾਣਾ ਤਾਂ ਕਿ ਤੁਹਾਨੂੰ ਬੋਰਡ ਕਲੀਅਰ ਨਜ਼ਰ ਆਏ। ਇਹ ਆਏਗਾ ਜੀ ax ਦੀ ਘਾਤ 2 ਜਮਾ bx ਜਮਾ c। ਠੀਕ ਹੈ। ਅਸੀਂ ਵਿਦਿਆਰਥੀਓ ਅਸੀਂ ਦੇਖਿਆ ਕਿ ਦੋ ਘਾਤੀ ਸਮੀਕਰਨ ਜਿਹੜਾ ਹੈਗਾ ਆ ਉਹ ਕਿਸੇ ਨਾ ਕਿਸੇ ਜਦੋਂ ਗੁਣਨਖੰਡ ਬਣਦਾ ਹੈ ਤਾਂ ਦੋ ਗੁਣਨਖੰਡਾਂ ਦੀ ਗੁਣਾ ਦੇ ਬਰਾਬਰ ਹੁੰਦਾ ਹੈ। ਠੀਕ ਹੈ ਜੀ। ਮੈਂ ਇਹ ਮੰਨ ਕੇ ਚੱਲਣਾ ਕਿ ਬਈ ਇਸ ਗੁਣਨਖੰਡ ਦੇ ਵਿੱਚ ਅਲਫਾ ਅਤੇ ਬੀਟਾ ਜਿਹੜੇ ਹੈਗੇ ਨੇ ਉਹ ਇਸ ਬਹੁਪਦ ਦੇ ਸਿਫਰ ਹਨ, ਇਹ ਮੰਨਣਾ ਮੈਂ। ਠੀਕ ਹੈ ਜੀ। ਇਸ ਬਹੁਪਦ ਦੇ ਸਿਫਰ ਹਨ ਤੇ ਫਿਰ ਇਹ ਬਹੁਪਦ ਕਿਹਦੇ ਬਰਾਬਰ ਹੋਏਗੀ? ਠੀਕ ਹੈ। ਤਾਂ ਇਹ ਬਹੁਪਦ ਹੋਏਗੀ k ਗੁਣਾ x ਮਾਈਨਸ ਅਲਫਾ ਗੁਣਾ x ਮਾਈਨਸ ਬੀਟਾ। ਯੂਨਾਨੀ ਭਾਸ਼ਾ ਦੇ ਸ਼ਬਦ ਨੇ ਅਲਫਾ ਤੇ ਬੀਟਾ, ਆਮ ਤੌਰ ਦੇ ਵਿੱਚ ਮੈਥਮੈਟਿਕਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਫਿਜ਼ਿਕਸ ਵੀ ਯੂਜ਼ ਕਰਦੇ ਹਾਂ। ਤੇ ਇਹ ਆ ਗਿਆ k ਕੀ ਹੈ? ਤੁਹਾਨੂੰ ਯਾਦ ਹੋਏਗਾ ਜਦੋਂ ਤੁਸੀਂ ਪਹਿਲੀ ਉਦਾਹਰਣ ਕੀਤੀ ਸੀ ਉਹਦੇ ਵਿੱਚ ਦੋ ਸਾਂਝਾ ਬਾਹਰ ਕੱਢਿਆ ਸੀ, ਜਿਹੜਾ ਉਹ ਅਚਲ ਸ਼ਕਤੀ ਸੀ ਉਹ k ਸੀ। k ਅਚਲ ਹੈ, ਅਲਫਾ ਵੀ ਅਚਲ ਹੈ, ਬੀਟਾ ਵੀ ਅਚਲ ਹੈ ਤੇ ਇਹਦੇ ਵਿੱਚ ਚੱਲ ਕੀ ਆ? ਕੱਲਾ x ਤੇ x ਜਿਹੜੇ ਹੈਗੇ ਉਹ ਚੱਲਣੇ।
चलो विद्यार्थियों, मैं उम्मीद करता तुहानू ये चीज समझ लगी होगी। हुण इस तो अगे चलते इहनू हल करते हैं। हल स्टैप बाय स्टैप करांगे। एक्स नू एक्स नाल गुणा किया, एक्स की घात 2 घटाओ, एक्स नू बीटा नाल किया, एक्स गुणा बीटा घटाओ, अल्फा गुणा एक्स माइनस माइनस प्लस अल्फा बीटा, आ चीज आ गई विद्यार्थियों। उस तो बाद के जिहड़ा हैगा आ सॉरी ये के नू अंदर मल्टीप्लाई कर दो, ये आ जाएगा जी के एक्स स्क्वायर माइनस, देखो विद्यार्थियों दोनों च एक्स है, घटाओ भी दोनों च है, क्यों ना इस एक्स नू बाहर कढ लवां, ये के ने अंदर इहदे नाल गुणा होना है ते अंदर की बन जाएगा अल्फा जमा बीटा, सीगा माइनस लेकिन माइनस बाहर कढदा इस करके जमा का निशान आ गया, प्लस आ के नू इहदे नाल गुणा करो, ये बन गया के गुणा अल्फा इनटू बीटा। विद्यार्थियों आ चीज जिहड़ी हैगी आ साडे कोल आ गई आ। हुण इहदे विच असीं की करदे आ, मैं इहदे विच देखो एक्स दे नाल जिहड़ी चीज गुणा हुंदी आ, तुसीं इहदे विच की करो, देखो आ पहला समीकरण आ बराबर आ किहदे बराबर आ गया, इहदे बराबर आ गया, इन्हां दोनां दे विच तुसीं एक्स स्क्वायर कोमा एक्स दे गुणांक अते अचल नू इन्हां दा आपस दे विच तुसीं की करो, कंपैरिजन करो, यानी कि अचल दी तुलना करो। ठीक है जी, तुसीं इन्हां दी आपस च तुलना करनी है। हुण देखो x दी घात a, ਇਹਦਾ मतलब ਜਿਹੜਾ k है वो ਤੁਹਾਡੇ ਕੋਲ a ਦੇ ਬਰਾਬਰ ਆ ਗਿਆ, ਜਿਹੜਾ ਤੁਹਾਡੇ ਕੋਲ दूसरी चीज है, दूसरी चीज घटाओ k अल्फा जमा बीटा, ਇਹ ਤੁਹਾਡੇ ਕੋਲ b ਦੇ ਬਰਾਬਰ ਆ ਗਈ, ਤੇ तीसरी चीज ਜਿਹੜੀ ਹੈਗੀ ਆ k गुणा अल्फा बीटा, ये ਤੁਹਾਡੇ ਕੋਲ c ਦੇ ਬਰਾਬਰ ਆ ਗਈ। देखो आ c ਦੇ ਬਰਾਬਰ ਆ ਚੀਜ਼ ਆ ਗਈ, b ਦੇ ਬਰਾਬਰ ਆ ਚੀਜ਼ ਆ ਗਈ, ਦੇਖੋ x ਨੂੰ ਛੱਡਿਆ ਸੀ, ਬਾਕੀ ਸਾਰਾ b ਲਿਖ ਦਿੱਤਾ, ਤੇ ਇਧਰ x ਦੀ ਘਾਤ 2 ਨੂੰ ਛੱਡਿਆ, ਤੇ a ਕਿਹਦੇ ਬਰਾਬਰ ਆ ਗਿਆ, ਇਹਦੇ ਬਰਾਬਰ ਆ ਗਿਆ। ਠੀਕ ਹੈ ਜੀ, ਹੁਣ ਇਹਦੇ ਵਿੱਚ k ਦੀ ਕੀਮਤ ਤਾਂ ਸਹੀ ਆ, ਠੀਕ ਹੈ, ਹੁਣ k ਦੀ ਕੀਮਤ ਵਿੱਚ ਭਰੋ। ਦੇਖੋ ਹੁਣ ਮੈਂ ਇਧਰਲੇ ਪਾਸੇ ਚੱਲਦਾ ਥੋੜਾ ਜਿਹਾ, ਦੇਖੋ ਹੁਣ ਇਹਦੇ ਵਿੱਚ k ਦੀ ਕੀਮਤ ਬਣੀ ਆ, ਦੂਜਾ ਸਮੀਕਰਨ ਧਿਆਨ ਨਾਲ ਦੇਖਿਓ बेटा, -k गुणा अल्फा जमा बीटा बराबर b, k किहदे बराबर है a दे, ਇਹਦਾ मतलब -a अल्फा जमा बीटा बराबर b। ਹੁਣ k a ਦੇ ਬਰਾਬਰ ਕਿਉਂ ਹੈ, ਕਿਉਂਕਿ ਆ ਦੇਖੋ k ਬਰਾबर a, ਇੱਥੇ ਵੀ k ਬਰਾबर a ਆ ਗਿਆ, ਇਹਦਾ मतलब ਇਹ ਕੀ ਬਣ ਗਿਆ ਤੁਹਾਡੇ ਕੋਲ -a ਬਟਾ, ਇਹ ਬਣ ਗਿਆ ਦੇਖੋ बेटा अल्फा जमा बीटा बराबर -b बटा a। देखो आ वाला माइनस ਇੱਧਰ ਗਿਆ, b बटा a। थोड़ी देर पहले ਅਸੀਂ ਕੀ ਕੀਤਾ ਸੀ कि दो सिफरां ਦਾ ਜੋੜ ਕਿਹਦੇ ਬਰਾਬਰ ਹੈ -b बटा a ਦੇ, ਤੇ ਆ ਤੁਹਾਡੇ ਕੋਲ ਆ ਗਿਆ। ਇਸੇ ਤਰੀਕੇ ਨਾਲ ਤੁਸੀਂ k गुणा अल्फा बीटा बराबर c करो, अल्फा गुणा बीटा बराबर c बटा k, ਤੇ k ਦੀ ਕੀਮਤ ਕਿੰਨੀ ਹੈ ਵਿਦਿਆਰਥੀਓ a, ਇਹਦਾ मतलब अल्फा बीटा बराबर ਕਿੰਨਾ ਆ ਗਿਆ x बटा a। ठीक है, अच्छा ਇਹ ਜਿਹੜੀ ਚੀਜ਼ ਹੈਗੀ ਆ, ਇਸ ਚੀਜ਼ ਨੂੰ ਜੇਕਰ ਅਸੀਂ ਪੂਰੀ ਸਮਝ ਲਈਏ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹ ਚੀਜ਼ ਕਿਤੇ ਦੁਬਾਰਾ ਭੁੱਲੇਗੀ। ਠੀਕ ਹੈ ਜੀ, ਇਹਦਾ मतलब दो सिफरां ਦਾ ਜੋੜ ਘਟਾਓ b बटा a, ਘਟਾਓ b बटा a ਕੀ ਆ x ਦਾ ਗੁਣਾਂਕ ਬਟਾ x ਦੀ ਘਾਤ 2 ਦਾ ਗੁਣਾਂਕ ਘਟਾਓ ਦੇ ਨਾਲ, ਤੇ ਉਹਨਾਂ ਦਾ ਜਿਹੜਾ ਸਿਫਰਾਂ ਦੀ ਗੁਣਨਫਲ ਹੈ ਉਹ c बटा k, c ਅਚਲ ਹੈ, ਤੇ c बटा a, a ਕੀ ਹੈ ਜੀ x ਦੀ ਘਾਤ 2 ਦਾ ਗੁਣਾਂਕ। ठीक है विद्यार्थियों, अच्छा इस तो बाद मैं उम्मीद करता तुहानू ये चीज समझ लगी होगी। इस तो बाद एक चीज ਅਸੀਂ ਹੋਰ ਦੇਖਦੇ ਹਾਂ, ਮੈਨੂੰ ਲੱਗਦਾ ਹੈ ਕਿ ਜੇ ਅਸੀਂ ਉਹ ਚੀਜ਼ ਸਮਝ ਲਈਏ ਤਾਂ ਸਾਡੇ ਵਾਸਤੇ ਜੋ ਸਵਾਲ ਹੈਗੇ ਨੇ ਉਹ ਬਹੁਤ ਸੌਖੇ ਹੋ ਜਾਣਗੇ। ਅਸੀਂ ਵੈਸੇ ਵੀ ਬਹੁਪਦਾਂ ਦਾ ਜਿਹੜਾ ਟੌਪਿਕ ਅਸੀਂ ਕੀਤਾ ਆ, ਇਹਦੇ ਵਿੱਚ ਦੋ ਹੀ ਚੀਜ਼ਾਂ ਅਸੀਂ ਮੇਨ ਕੀਤੀ, ਉਹਨਾਂ ਦੇ ਜਿਹੜੇ ਸਿਫਰ ਹੈ ਤੇ ਉਹਨਾਂ ਦੇ ਗੁਣਾਂਕਾਂ ਦਾ ਜਿਹੜਾ ਆਪਸ ਦੇ ਵਿੱਚ ਸੰਬੰਧ ਕੀਤਾ ਆ, ਉਹ ਸਾਡੇ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਰਹੀ ਆ। अच्छा विद्यार्थियों, एक चीज मैं तुहानू होर दसना चाहना है कि भाई ये कल्ला दो घाती समीकरण नहीं है। मान लो एक तीन घाती समीकरण ले लेने, मैं एक तीन घाती समीकरण लिया, px बराबर ax दी घात 3 जमा bx दी घात 2 जमा cx जमा d, ਇਹਦੇ ਵਿੱਚ a b c d ਪੈਟਰਨ ਉਹੀ ਲਿਆ ਮੈਂ ਪੂਰਾ, x ਦੀ ਘਾਤ 3 x ਦੀ ਘਾਤ 2 x ਤੇ d। ਇਹਦੇ ਵਿੱਚ ਜਿਹੜਾ ਹੈਗਾ ਆ, ਜਿਹੜਾ ਸਿਫਰਾਂ ਦਾ ਜੋੜ ਹੈ ਉਹ ਕੀ ਬਰਾਬਰ ਹੈ, ਇਹਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ ਮੈਨੂੰ, ਸਿਫਰਾਂ ਦਾ ਜੋੜ। ਠੀਕ ਹੈ ਜੀ, ਸਿਫਰਾਂ ਦਾ ਜੋੜ ਕਿਹਦੇ ਬਰਾਬਰ ਹੋ ਜਾਏਗਾ ਜੀ अल्फा जमा बीटा जमा गामा। अल्फा बीटा गामा की ने मैं ਤੁਹਾਨੂੰ ਪਹਿਲਾਂ ਵੀ ਅਸਿਊਮ ਕੀਤਾ ਸੀਗਾ ਕਿ ਮੰਨ ਲਓ ਇਸ ਤਿੰਨ ਘਾਤੀ ਬਹੁਪਦ ਦੇ ਤਿੰਨ ਸਿਫਰ ਨੇ, ਉਹ ਕਿਹੜੇ ਕਿਹੜੇ ਨੇ अल्फा बीटा ਤੇ गामा। ਇਹ ਤਿੰਨਾਂ ਦਾ ਜੋੜ ਜਿਹੜਾ ਹੁੰਦਾ ਆ ਉਹ ਹੁੰਦਾ ਆ -b बटा a। दूसरी चीज होती है इत्थे जी अल्फा बीटा जमा
बीटा गामा जमा गामा अल्फा ये हुंदी है जी C बटा A। तीसरी चीज हुंदी है जी अल्फा बीटा गामा यानी कि तिना सिफरां दा गुणनफल वो हुंदा जी -B बटा A। ठीक है जी, ये साडे कोल जिहड़ी चीज हैगी आ तीन घाती समीकरण दे नाल भी मिली हुई है। ते ये नहीं है कि भाई ये जो आपां गुणांकां दा ਜਿਹੜੇ x ਦੀ ਘਾਤ 3 x ਦੀ ਘਾਤ 2 x ਜਾਂ ਅਚਲ ਦਾ ਜਿਹੜਾ ਸੰਬੰਧ ਸਿਫਰਾਂ ਨਾਲ ਕਰਦੇ ਹੋ ਕੱਲਾ ਦੋ ਘਾਤੀ ਤੱਕ ਹੀ ਸੀਮਿਤ ਹੈ। ਅਸੀਂ ਆਪਣੇ ਪਹਿਲੇ ਵਾਲੇ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਇੱਕ ਰੇਖੀ ਸਮੀਕਰਨ ਦੇ ਵਿੱਚ ਵੀ ਜਿਹੜਾ x ਦਾ ਗੁਣਾਂਕ ਸੀ ਤੇ ਅਚਲ ਸੀ ਉਹਦਾ ਰਿਲੇਸ਼ਨ ਜਿਹੜਾ ਸੀਗਾ ਉਹ ਸਿਫਰ ਦੇ ਨਾਲ ਸੀਗਾ। ਤੇ ਸੇਮ ਇਹਦੇ ਵਿੱਚ ਵੀ ਦੋ ਘਾਤੀ ਦੇ ਵਿੱਚ ਵੀ ਦੇਖਿਆ ਤੇ ਤਿੰਨ ਘਾਤੀ ਦੇ ਵਿੱਚ ਵੀ ਜਿਹੜੀ ਚੀਜ਼ ਹੈਗੀ ਆ ਉਹ ਸਾਡੇ ਸਾਹਮਣੇ ਹੈ। अच्छा विद्यार्थियों ਇਹਦੇ ਵਿੱਚ ਇੱਕ ਸਮ ਜਿਹੜਾ ਹੈਗਾ ਉਹ ਮੈਂ ਜ਼ਰੂਰ ਕਰਾਂਗਾ, ਲੇਕਿਨ ਉਹ ਸਮ ਮੈਂ ਪੂਰਾ ਨਹੀਂ ਕਰਾਂਗਾ, ਉਹ ਸਮ ਮੈਂ ਅੱਧਾ ਛੱਡਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਤੋਂ ਉਮੀਦ ਕਰਾਂਗਾ ਕਿ ਤੁਸੀਂ ਉਹ ਸਮ ਜਿਹੜਾ ਹੈਗਾ ਉਹ ਪੂਰਾ ਕਰੋ। ਸਮ ਜਿਹੜਾ ਹੈਗਾ ਉਹ ਲਿਖਦੇ ਹਾਂ ਆਪਾਂ। ਸਮ ਹੈ ਜੀ लिखो विद्यार्थियों, सम है मान लो px बराबर 3x की घात 3 माइनस 5x स्क्वायर माइनस 11x माइनस 3 दे सिफर 3 माइनस 1 अते माइनस 1/3 ਹਨ। ठीक है, मान ले ਆਪਾਂ। ठीक है जी, ਤਾਂ ਸਿਫਰਾਂ ਦਾ x ਦੀ ਘਾਤ 3 x ਦੀ ਘਾਤ 2 x ਦੇ ਗੁਣਾਂਕਾਂ ਅਤੇ ਅਚਲ ਨਾਲ संबंध दसो। ठीक है जी। अच्छा विद्यार्थियों, ਇਹਦੇ ਵਿੱਚ ਮੈਂ ਫਿਰ ਰਿਪੀਟ ਕਰਦਾ ਨਾ। ਮੰਨ ਲਓ px ਬਰਾਬਰ ਤੁਹਾਨੂੰ ਦਿੱਤਾ ਹੋਇਆ ਦੇ ਸਿਫਰ ਇੰਨੇ ਹਨ। ਠੀਕ ਹੈ ਜੀ, ਤਾਂ ਸਿਫਰਾਂ ਦਾ ਜਿਹੜੇ ਸਿਫਰ a ਨੇ ਸਿਫਰਾਂ ਦਾ x ਦੀ ਘਾਤ 3 x ਦੀ ਘਾਤ 2 x ਦੇ ਗੁਣਾਂਕਾਂ ਅਤੇ ਅਚਲ ਦੇ ਨਾਲ ਸੰਬੰਧ ਦੱਸੋ। ਠੀਕ ਹੈ ਜੀ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸਵਾਲ ਨੂੰ ਆਪਣੇ ਲੈਵਲ ਤੇ ਜ਼ਰੂਰ ਕੰਪਲੀਟ ਕਰੋਗੇ। ਅੱਜ ਦੇ ਇਸ ਲੈਕਚਰ ਦੇ ਵਿੱਚ ਸਿਰਫ ਇੰਨਾ ਹੀ। ਤੇ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਵਿਦਿਆਰਥੀਓ ਸਿੱਖਿਆ ਕੀ ਹੈ। ਸਭ ਤੋਂ ਪਹਿਲਾਂ ਅਸੀਂ ਬਹੁਪਦਾਂ ਦੇ ਸਿਫਰਾਂ ਤੇ ਉਹਨਾਂ ਦੇ ਗੁਣਾਂਕਾਂ ਦੇ ਬਾਰੇ ਜਾਣਿਆ ਕਿ ਪਹਿਲਾਂ ਸਿਫਰ ਪਤਾ ਕਿਵੇਂ ਕਰਨੇ ਹਨ। ਠੀਕ ਹੈ ਜੀ, ਉਸ ਤੋਂ ਬਾਅਦ ਸਿਫਰ ਪਤਾ ਕਰਕੇ ਉਹਨਾਂ ਦੇ ਗੁਣਾਂਕਾਂ ਦੇ ਨਾਲ ਉਹਨਾਂ ਦਾ ਕੀ ਰਿਲੇਸ਼ਨ ਹੈ ਉਹ ਆਪਾਂ ਦੇਖਿਆ ਕਿ ਗੁਣਾਂਕਾਂ ਦਾ ਜੋੜ, ਗੁਣਾਂਕਾਂ ਦਾ ਗੁਣਨਫਲ ਜਿਹੜਾ ਹੈਗਾ ਆ, ਜਿਵੇਂ ਗੁਣਾਂਕਾਂ ਦਾ ਜੋੜ ਜਿਹੜਾ ਸੀਗਾ ਉਹ -b ਬਟਾ a ਦੇ ਬਰਾਬਰ ਸੀ ਦੋ ਘਾਤੀ ਸਮੀਕਰਨ ਦੇ ਵਿੱਚ, ਤੇ c ਬਟਾ a ਉਹਨਾਂ ਦਾ ਗੁਣਨਫਲ ਸਿਫਰਾਂ ਦਾ ਗੁਣਨਫਲ ਸੀਗਾ ਉਹ c ਬਟਾ a ਦੇ ਬਰਾਬਰ ਸੀਗਾ, ਜਿੱਥੇ ਕਿ b ਜਿਹੜਾ ਹੈਗਾ ਆ ਉਹ x ਦਾ ਗੁਣਾਂਕ ਹੈ ਤੇ a ਜਿਹੜਾ ਹੈਗਾ ਉਹ x ਦੀ ਘਾਤ 2 ਦਾ ਗੁਣਾਂਕ ਹੈ, c ਅਚਲ ਹੈ ਤੇ a ਜਿਹੜਾ ਹੈਗਾ ਉਹ x ਦਾ ਗੁਣਾਂਕ ਹੈ। ਇਸੇ ਤਰੀਕੇ ਦੇ ਨਾਲ ਅਸੀਂ ਤਿੰਨ ਘਾਤੀ ਸਮੀਕਰਨ ਜਿਹੜੇ ਹੈਗੇ ਨੇ, ਤਿੰਨ ਘਾਤੀ ਬਹੁਪਦ ਜਿਹੜੇ ਹੈਗੇ ਨੇ ਉਹਨਾਂ ਦੇ ਵੀ ਆਪਾਂ x ਦੀ ਘਾਤ 3 x ਦੀ ਘਾਤ 2 x ਦੇ ਗੁਣਾਂਕ ਅਤੇ ਅਚਲ ਦਾ ਸੰਬੰਧ ਜਿਹੜੇ ਹੈਗੇ ਆ ਉਹਦੇ ਜਿਹੜੇ ਇਹਦੇ ਸਿਫਰ ਹੈ ਸਿਫਰਾਂ ਦੇ ਨਾਲ ਆਪਾਂ ਸਥਾਪਿਤ ਕੀਤਾ ਤੇ ਅਸੀਂ ਉਹ ਚੀਜ਼ਾਂ ਸਮਝੀਆਂ। ਮੈਨੂੰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਚੀਜ਼ ਜ਼ਰੂਰ ਸਮਝ ਲੱਗੀ ਹੋਵੇਗੀ ਤੇ ਆਪ ਜੀ ਤੋਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸਵਾਲ ਦਾ ਜਵਾਬ ਜਿਹੜਾ ਹੈਗਾ ਆ ਉਹ ਮੈਨੂੰ